किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। चौथे कांड का 9वां भाग श्रेष्ठ करणी बारे गुरबाणी उपदेश। आवाज़ गुरजंट सिंह रूपवाली। वाहिगुरू जी का खालसा वाहिगुरू जी की फतेह। गल्लीं असीं चंगियां आचारी बुरियां, मनो कसुधां कालियां, बाहर चिटवियां, रीसां करें तिनाड़ियां, जो सेवें दर खड़ियां, नाल खसमे रतियां, माणे सुख रलियां, होंदे ताण निताणियां, रहै निमानणियां, नानक जन्म सकार था, जे तिनकै संग मिला। पन्ना 85। अर्थ ਅਸੀਂ ਗੱਲਾਂ ਵਿੱਚ ਸੁਚੱਜੀਆਂ ਹਾਂ। ਗੱਲਾਂ ਨਾਲ ਅਸੀਂ ਪੰਜਾਂ ਕਕਾਰਾਂ ਦੇ ਧਾਰਨੀ ਪੱਕੇ ਨਿਤਨੇਮੀ ਹਾਂ, ਪਰ ਆਚਰਨ ਦੀਆਂ ਮਾੜੀਆਂ ਹਾਂ। ਮਨੋਂ ਖੋਟੀਆਂ ਤੇ ਕਾਲੀਆਂ ਹਾਂ, ਪਰ ਬਾਹਰੋਂ ਸਾਫ ਸੁਥਰੀਆਂ ਹਾਂ। ਭਾਵ ਸਾਡੇ ਪੁਸ਼ਾਕੇ ਸਾਫ ਸੁਥਰੇ ਚੜ੍ਹਦੀ ਕਲਾ ਵਾਲੇ ਹਨ। ਭਾਵੇਂ ਮਨਾਂ ਦੀਆਂ ਕਾਲੀਆਂ ਹੀ ਹਾਂ, ਪਰ ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਪ੍ਰਭੂ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਹਨ ਤੇ ਆਨੰਦ ਵਿੱਚ ਰਲੀਆਂ ਮਾਣਦੀਆਂ ਹਨ। ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਖੇੜਾ ਰਹਿੰਦਾ ਹੈ, ਜੋ ਤਾਣ ਹੁੰਦਿਆਂ ਵੀ ਨਿਰਮਾਣ ਰਹਿੰਦੀਆਂ ਹਨ। ਗੁਰੂ ਨਾਨਕ ਜੀ ਫਰਮਾਨ ਕਰਦੇ ਹਨ, ਸਾਡਾ ਜਨਮ ਸਫਲ ਤਾਂ ਹੀ ਹੋ ਸਕਦਾ ਹੈ ਜੇ ਉਹਨਾਂ ਗੁਰਮੁਖ ਜੀਵ ਇਸਤਰੀਆਂ ਦੀ ਸੰਗਤ ਵਿੱਚ ਰਹਿ ਕੇ ਆਪਣਾ ਆਚਰਣ ਅਥਵਾ ਆਪਣੀ ਜੀਵਨ ਜੁਗਤ ਸੁਵਾਰ ਕੇ ਉੱਚੀ ਕਰ ਲਈਏ। ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਤੇ ਆਇਆ, ਉਹਨੇ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾ। ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ। ਨਿਤ ਦੇਵੇ ਚੜ੍ਹੇ ਸਵਾਇਆ, ਵਡਿਆਈ ਵੱਡਾ ਪਾਇਆ। ਪੰਨਾ 466। ਅਰਥ ਜਿਹੜੇ ਸੰਤੋਖੀ ਮਨੁੱਖ ਸਦਾ ਇੱਕ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਪ੍ਰਭੂ ਦੀ ਸੇਵਾ ਉਹੀ ਕਰਦੇ ਹਨ, ਉਹ ਕਦੇ ਵੀ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ। ਭਾਵ ਆਪਣਾ ਆਚਰਨ ਉੱਚਾ ਬਣਾ ਲੈਂਦੇ ਹਨ, ਭਲਾ ਕੰਮ ਕਰਦੇ ਹਨ ਅਤੇ ਧਰਮ ਅਨੁਸਾਰ ਭਾਵ ਗੁਰਮਤਿ ਅਨੁਸਾਰ ਆਪਣਾ ਜੀਵਨ ਨਿਭਾਉਂਦੇ ਹਨ। ਦੁਨੀਆ ਦੇ ਧੰਦਿਆਂ ਵਿੱਚ ਖਚਲ ਕਰਨ ਵਾਲੇ ਮਾਇਆ ਦੇ ਮੋਹ ਰੂਪੀ ਜੰਜੀਰ ਉਹਨਾਂ ਤੋੜ ਦਿੱਤੇ ਹਨ। ਥੋੜ੍ਹਾ ਖਾਂਦੇ ਹਨ, ਥੋੜ੍ਹਾ ਪੀਂਦੇ ਹਨ, ਭਾਵ ਖਾਣ ਪੀਣ ਦੇ ਚਸਕੇ ਦੀ ਖਾਤਰ ਨਹੀਂ, ਸਰੀਰਕ ਨਿਰਵਾਹ ਵਾਸਤੇ ਹੈ। ਹੇ ਪ੍ਰਭੂ, ਤੂੰ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ, ਸਦਾ ਜੀਵਾਂ ਨੂੰ ਦਾਤਾਂ ਬਖਸ਼ਦਾ ਹੈ। ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ। ਅਸੀਂ ਬੋਲ ਵਿਗਾੜ ਵਿਗਾੜੇ ਬੋਲ, ਤੂੰ ਨਦਰੀ ਅੰਦਰ ਤੋਲੇ ਤੋਲ। ਜਹ ਕਰਨੀ ਤਹ ਪੂਰੀ ਮਤ, ਕਰਨੀ ਬਾਝੋਂ ਘਟੇ ਘਟ। ਅਰਥ ਹੇ ਪ੍ਰਭੂ, ਅਸੀਂ ਜੀਵ ਬੜ ਬੋਲੇ ਹਾਂ। ਅਸੀਂ ਤੈਥੋਂ ਮਿਲੀ ਸੂਝ ਅਕਲ ਉੱਤੇ ਮਾਣ ਕਰਕੇ ਅਨੇਕਾਂ ਵਾਰੀ ਫਿੱਕੇ ਬੋਲ ਬੋਲ ਦਿੰਦੇ ਹਾਂ, ਪਰ ਤੂੰ ਸਾਡੇ ਕਬੂਲਾਂ ਨੂੰ ਮਿਹਰ ਦੀ ਨਿਗਾਹ ਨਾਲ ਪਰਖਦਾ ਹੈ। ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ, ਉਸ ਦੀ ਸੂਝ ਅਕਲ ਵੀ ਗੰਭੀਰ ਹੋ ਜਾਂਦੀ ਹੈ ਤੇ ਉਹ ਬੜਬੋਲਾ ਨਹੀਂ ਰਹਿੰਦਾ। ਉੱਚੇ ਆਚਰਨ ਤੋਂ ਬਿਨਾਂ ਮਨੁੱਖ ਦੀ ਸੂਝ ਬੂਝ ਵੀ ਨੀਵੀਂ ਰਹਿੰਦੀ ਹੈ। ਸੂਚੇ ਭਾਂਡੇ ਸਾਚ ਸਮਾਵੈ, ਵਿਰਲੀ ਸੂਚਾਚਾਰੀ। ਤੰਤੇ ਕੋ ਪਰਮ ਤੰਤ ਮਿਲਾਇਆ, ਨਾਨਕ ਸ਼ਰਨ ਤੁਮਾਰੀ। ਪੰਨਾ 597। ਅਰਥ ਪਵਿੱਤਰ ਹਿਰਦੇ ਵਿੱਚ ਹੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਟੇਕ ਸਕਦਾ ਹੈ, ਪਰ ਸੁੱਚੇ ਆਚਰਨ ਵਾਲੇ ਅਤੇ ਪਵਿੱਤਰ ਹਿਰਦੇ ਵਾਲੇ ਕੋਈ ਵਿਰਲੇ ਹੁੰਦੇ ਹਨ। ਗੁਰੂ ਆਪਣੇ ਸ਼ਬਦ ਗਿਆਨ ਦੀ ਰਾਹੀਂ ਹਿਰਦਾ ਪਵਿੱਤਰ ਕਰਕੇ ਜੀਵ ਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਭਾਵ ਉੱਚੇ ਆਚਰਨ ਵਾਲੇ ਪਵਿੱਤਰ ਹਿਰਦੇ ਤੋਂ ਬਿਨਾਂ ਹੋਰ ਕਿਸੇ ਵਿਧੀ ਨਾਲ ਪ੍ਰਭੂ ਮਿਲਾਪ ਸੰਭਵ ਨਹੀਂ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮ ਸੀ, ਸੇ ਘਰ ਭਾਗਠ ਦੇਖ। ਬਾਬਾ ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੁਹਿਆ। ਵਿਰਲਾ ਬੂਝੈ ਕੋਏ ਰਹਾ, ਹਾਣ ਹਟ ਕਰ ਆਰਜਾ। ਸੱਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡ ਸਾਲ। ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਉ ਵਣਜ ਕਰ। ਲੈ ਲਾਹਾ ਮਨ ਹਸ, ਸੁਣ ਸਾਖਤ ਸੌਦਾਗਰੀ। ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ। ਮਤ ਮਨ ਜਾਣੇ ਕਲ, ਨਿਰੰਕਾਰ ਕੈ ਦੇਸ ਜਾਹੇ।
ਤਾਂ ਸੁਖ ਲਹੇ ਮਹਲ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਬਨ ਬਧੀਆਂ ਕਰ ਧਾਵਣੀ, ਤਾ ਕੋ ਆਖੈ ਧਨ। ਨਾਨਕ ਵੇਖੈ ਨਦਰ ਕਰ, ਚੜ੍ਹੇ ਚਵਗਣ ਵਨ। ਪੰਨਾ 595। ਅਰਥ, ਸੰਸਾਰ ਤੋਂ ਤੁਰਨ ਵੇਲੇ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ। ਇਹ ਹਰੇਕ ਨੂੰ ਪਤਾ ਹੈ। ਫਿਰ ਵੀ ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਸਮਝਦਾ ਹੈ ਕਿ ਸਦਾ ਨਾਲ ਨਿਭਣ ਵਾਲਾ ਧਨ ਹੋਰ ਹੈ। ਰਹਾਉ, ਸਦਾ ਨਾਲ ਨਿਭਣ ਵਾਲਾ ਧਨ ਕਮਾਉਣ ਲਈ ਮਨ ਨੂੰ ਹਾਲੀ ਵਰਗਾ ਉਦਮੀ ਬਣਾ। ਉੱਚੇ ਆਚਰਨ ਨੂੰ ਵਾਹੀ ਦਾ ਕੰਮ ਸਮਝ। ਮਿਹਨਤ ਨਾਮ ਫਸਲ ਵਾਸਤੇ ਪਾਣੀ ਹੈ ਤੇ ਇਹ ਆਪਣਾ ਸਰੀਰ ਹੀ ਪੈਲੀ ਬਣਾ। ਇਸ ਪੈਲੀ ਵਿੱਚ ਪਰਮਾਤਮਾ ਦਾ ਨਾਮ ਬੀਜ ਕੇ ਉਸ ਨੂੰ ਪੰਛੀਆਂ ਤੋਂ ਬਚਾਉਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ। ਇਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ ਤਾਂ ਮਾਇਆ ਦੀ ਤ੍ਰਿਸ਼ਨਾ ਨਾਮ ਬੀਜ ਨੂੰ ਮੁਕਾ ਦੇਵੇਗੀ। ਸੰਤੋਖ ਹੀ ਨਾਮ ਬੀਜ ਨੂੰ, ਤ੍ਰਿਸ਼ਨਾ ਪੰਛੀਆਂ ਤੋਂ ਬਚਾਉਣ ਲਈ ਸੁਹਾਗਾ ਹੈ। ਸਾਦਾ ਜੀਵਨ ਨਾਮ ਫਸਲ ਦੀ ਰਾਖੀ ਕਰਨ ਲਈ ਰਾਖਾ ਹੈ। ਇਹ ਭਾਈ, ਇਹ ਵਾਹੀ ਕੀਤਿਆਂ ਸਰੀਰ ਪੈਲੀ ਵਿੱਚ ਪਰਮਾਤਮਾ ਦੀ ਮਿਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ, ਜਿਨ੍ਹਾਂ ਇਹ ਵਾਹੀ ਕੀਤੀ ਉਹਨਾਂ ਦੇ ਹਿਰਦੇ ਨਾਮ ਧਨ ਨਾਲ ਧਨਾਢ ਹੋ ਗਏ। ਨਾਮ ਵੱਖਰ ਨਾਲ ਮਾਲਾ ਮਾਲ ਹੋ ਗਏ। ਉਸ ਦੇ ਹਰੇਕ ਸਵਾਸ ਨੂੰ ਹੱਟੀ ਬਣਾ। ਇਸ ਹੱਟੀ ਵਿੱਚ ਸਦਾ ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ। ਆਪਣੀ ਸੁਰਤ ਤੇ ਵਿਚਾਰ ਮੰਡਲ ਨੂੰ ਭਾਂਡਿਆਂ ਦੀ ਕਤਾਰ ਬਣਾ। ਇਸ ਭਾਂਡ ਸਾਲ ਵਿੱਚ ਹਰੀ ਨਾਮ ਸੌਦੇ ਨੂੰ ਪਾ। ਇਹ ਨਾਮ ਵਣਜ ਕਰਨ ਵਾਲੇ ਸਤ ਸੰਗੀਆਂ ਨਾਲ ਮਿਲ ਕੇ ਤੂੰ ਹਰੀ ਨਾਮ ਦਾ ਵਣਜ ਕਰ। ਇਸ ਵਣਜ ਵਿੱਚੋਂ ਖੱਟੀ ਮਿਲੇਗੀ, ਮਨ ਦਾ ਖਿੜਾਓ। ਹੇ ਭਾਈ, ਸੌਦਾਗਰਾਂ ਵਾਂਗ ਹਰੀ ਨਾਮ ਦਾ ਸੌਦਾਗਰ ਬਣ। ਧਰਮ ਪੁਸਤਕਾਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸੁਣਿਆ ਕਰ। ਉਸ ਅਨੁਸਾਰ ਆਪਣਾ ਜੀਵਨ ਢਾਲਣ ਦੀ ਕਮਾਈ ਕਰਨੀ। ਇਹ ਹਰੀ ਨਾਮ ਦੀ ਸੌਦਾਗਰੀ ਹੈ। ਸੌਦਾਗਰੀ ਦਾ ਮਾਲ ਲੱਦਣ ਵਾਸਤੇ ਉੱਚੇ ਆਚਰਨ ਨੂੰ ਘੋੜੇ ਬਣਾ ਲੈ ਤੁਰ। ਜ਼ਿੰਦਗੀ ਦੇ ਸਫ਼ਰ ਵਿੱਚ ਵੀ ਖਰਚ ਦੀ ਲੋੜ ਹੈ। ਚੰਗੇ ਗੁਣਾਂ ਨੂੰ ਜੀਵਨ ਸਫ਼ਰ ਦਾ ਖਰਚ ਬਣਾ। ਇਹ ਮਨ, ਇਸ ਵਪਾਰ ਦੇ ਉਦਮ ਨੂੰ ਕੱਲ੍ਹ 'ਤੇ ਨਾ ਪਾਈ। ਇਸ ਵਪਾਰ ਨਾਲ ਜੇ ਤੂੰ ਪਰਮਾਤਮਾ ਦੇ ਦੇਸ਼ ਵਿੱਚ ਪ੍ਰਭੂ ਚਰਨਾਂ ਵਿੱਚ ਟਿਕ ਜਾਏ, ਪ੍ਰਭੂ ਯਾਦ ਵਿੱਚ ਜੁੜ ਜਾਏ ਤਾਂ ਆਤਮਿਕ ਸੁੱਖ ਵਿੱਚ ਥਾਂ ਲੱਭੇਗਾ। ਨੌਕਰ ਰੋਜ਼ੀ ਕਮਾਉਣ ਲਈ ਮਿਹਨਤ ਨਾਲ ਮਾਲਕ ਦੀ ਸੇਵਾ ਕਰਦਾ ਹੈ। ਤੂੰ ਵੀ ਪੂਰੇ ਧਿਆਨ ਨਾਲ ਪ੍ਰਭੂ ਮਾਲਕ ਦੀ ਨੌਕਰੀ ਕਰ। ਜਿਵੇਂ ਨੌਕਰ ਆਪਣੇ ਮਾਲਕ ਦੇ ਹੁਕਮ ਨੂੰ ਭੁਲਾਉਂਦਾ ਨਹੀਂ, ਤੂੰ ਵੀ ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਪੱਕਾ ਰੱਖ। ਇਹੀ ਹੈ ਉਸ ਦੀ ਸੇਵਾ। ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ। ਪੰਨਾ 671। ਵਿਕਾਰਾਂ ਨੂੰ ਆਪਣੇ ਨੇੜੇ ਆਉਣੋਂ ਰੋਕ ਦੇ। ਇਹ ਹੈ ਪਰਮਾਤਮਾ ਦੀ ਨੌਕਰੀ ਵਾਸਤੇ ਦੌੜ ਭੱਜ। ਜੇ ਇਹ ਉਦਮ ਕਰੇਗਾ ਤਾਂ ਹਰ ਕੋਈ ਤੈਨੂੰ ਸ਼ਾਬਾਸ਼ ਆਖੇਗਾ। ਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਇਹ ਨੌਕਰੀ ਕੀਤਿਆਂ ਪਰਮਾਤਮਾ ਤੈਨੂੰ ਮਿਹਰ ਦੀ ਨਜ਼ਰ ਨਾਲ ਵੇਖੇਗਾ। ਤੇਰੀ ਜਿੰਦ ਉੱਤੇ ਚੌਗਣਾ ਆਤਮਿਕ ਰੂਪ ਚੜ੍ਹੇਗਾ। ਮਨ ਨੂੰ ਕਿਸੇ ਵੀ ਕਮਜ਼ੋਰੀ ਵੱਲ ਜਾਣ ਤੋਂ ਰੋਕਣ ਲਈ ਇਸ ਦੇ ਸਿਰ 'ਤੇ ਪ੍ਰਭੂ ਦੀ ਯਾਦ ਦਾ ਡੰਡਾ ਕਾਇਮ ਰੱਖਣ ਵੱਲੋਂ ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ। ਆਚਰਨ ਨੂੰ ਉੱਚਾ ਅਤੇ ਸੁੱਚਾ ਰੱਖਣ ਦੇ ਉਪਦੇਸ਼ ਵਾਲੇ ਹੋਰ ਗੁਰੂ ਸ਼ਬਦ ਵੀ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਸੂਚੀ ਦੇਣ ਤੋਂ ਪਹਿਲਾਂ ਸਤਿਗੁਰਾਂ ਦੀ ਇਸ ਚੇਤਾਵਨੀ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਦੀ ਯਾਦ ਦੀ ਮਹੱਤਤਾ ਸਮਝਾਉਣ ਵਾਲਾ ਇੱਕ ਹੋਰ ਗੁਰੂ ਸ਼ਬਦ ਵਿਚਾਰ ਲਈਏ। ਹਰ ਭਜ ਆਨ ਕਰਮ ਬੇਕਾਰ, ਮਾਨ ਮੋਹ ਨ ਬੁਝਤ ਤ੍ਰਿਸ਼ਨਾ। ਕਾਲ ਗ੍ਰਸ ਸੰਸਾਰ ਖਾਤ ਪੀਵਤ ਹਸਤ ਸੋਵਤ। ਔਧ ਬਿਤੀ ਆਸਾਰ, ਨਰਕ ਉਦਰ ਪਰਮੰਤ ਜਲ ਤੋ। ਜਮੇ ਕੀਨੀ ਸਾਰ, ਪਰ ਦ੍ਰੋਹ ਕਰਤ ਬੇਕਾਰ ਨਿੰਦਾ। ਪਾਪ ਰਤ ਕਰ ਝਾਰ, ਬਿਨਾ ਸਤਿਗੁਰ ਬੂਝ ਨਾਹੀ। ਤਮ ਮੋਹ ਮਹਾ ਅੰਧਾਰ, ਬੇਖਟ ਗੌਰੀ ਖਾਏ ਮੁੱਠ। ਚਿਤ ਨ ਸਿਰਜਣਹਾਰ, ਗੋਬਿੰਦ ਗੁਪਤ ਹੋਏ ਰਹਿਓ। ਨਿਆਰੋ ਮਾਤੰਗ ਮਤ ਅਹੰਕਾਰ। ਪੰਨਾ 1229। ਅਰਥ, ਪਰਮਾਤਮਾ ਦੇ ਭਜਨ ਤੋਂ ਬਿਨਾਂ ਹੋਰ ਧਰਮ ਕਰਮ ਨਿਸਫਲ ਹਨ। ਹੋਰ ਦਿਸ਼ਟਮਾਨ ਧਰਮ ਕਰਮਾਂ ਨਾਲ ਹੰਕਾਰ ਤੇ ਮੋਹ ਪੈਦਾ ਹੁੰਦਾ ਹੈ। ਤ੍ਰਿਸ਼ਨਾ ਨਹੀਂ ਮਿਟਦੀ। ਦੁਨੀਆ ਆਤਮਿਕ ਮੌਤ ਵਿੱਚ ਫਸੀ ਰਹਿੰਦੀ ਹੈ। ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ ਇਸੇ ਤਰ੍ਹਾਂ ਮਨੁੱਖ ਦੀ ਉਮਰ ਬੇਸਮਝੀ ਵਿੱਚ ਬੀਤਦੀ ਜਾਂਦੀ ਹੈ।
ਨਰਕ ਸਮਾਨ ਹਰੇਕ ਜੂਨ ਵਿੱਚ ਜੀਵ ਭਟਕਦਾ ਹੈ ਅਤੇ ਦੁਖੀ ਹੁੰਦਾ, ਜਮਾਂ ਦੇ ਵੱਸ ਪਿਆ ਰਹਿੰਦਾ। ਪ੍ਰਭੂ ਦੀ ਯਾਦ ਵਿਸਾਰ ਕੇ ਮਨੁੱਖ ਦੂਜਿਆਂ ਨਾਲ ਠੱਗੀਆਂ ਕਰਨ ਵਿੱਚ ਝਿਜਕ ਨਹੀਂ ਮੰਨਦਾ, ਨਿੰਦਾ ਆਦਿਕ ਕਰਮ ਕਰਦਾ ਹੈ ਅਤੇ ਬੇਪਰਵਾਹ ਹੋ ਕੇ ਪਾਪਾਂ ਵਿੱਚ ਮਸਤ ਰਹਿੰਦਾ। ਸਤਿਗੁਰਾਂ ਦੀ ਸ਼ਰਣੀ ਪੈ ਕੇ ਉਹਨਾਂ ਦੇ ਹੁਕਮ ਵਿੱਚ ਤੁਰਨ ਤੋਂ ਬਿਨਾਂ ਮਨੁੱਖ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ ਆਉਂਦੀ। ਮੋਹ ਦੇ ਬੜੇ ਘੁੱਪ ਹਨੇਰੇ ਵਿੱਚ ਪਿਆ ਰਹਿੰਦਾ ਹੈ। ਸਤਿਗੁਰਾਂ ਤੋਂ ਬੇਮੁਖ ਹੋਇਆ ਮਨੁੱਖ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਠੱਗ ਬੂਟੀ ਖਾ ਕੇ ਆਤਮਿਕ ਸਰਮਾਏ ਵੱਲੋਂ ਲੁੱਟਿਆ ਜਾਂਦਾ ਹੈ। ਇਸ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ। ਹਉਮੈ ਵਾਲੀ ਮਨਮਤ ਦੇ ਕਾਰਨ ਹਾਥੀ ਵਾਂਗ ਫੁੱਲਿਆ ਰਹਿੰਦਾ ਹੈ। ਇਸ ਦੇ ਅੰਦਰ ਹੀ ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ। ਭਾਵ ਅੰਦਰ ਹੀ ਬੈਠੇ ਪਰਮਾਤਮਾ ਨੂੰ ਵੇਖ ਸਕਣ ਵਾਲੀ ਅੱਖ ਨੂੰ ਕੇਵਲ ਸਤਿਗੁਰ ਜੀ ਦਾ ਸ਼ਬਦ ਗਿਆਨ ਹੀ ਖੋਲ੍ਹਦਾ। ਸਤਿਗੁਰਾਂ ਤੋਂ ਬੇਮੁਖਤਾਈ ਨਰਕੀ ਦੁੱਖਾਂ ਦਾ ਕਾਰਨ ਬਣਦੀ ਹੈ। ਚੜ੍ਹਦੀ ਕਲਾ ਵਾਲਾ ਬਾਣਾ ਅਤੇ ਪੰਜ ਕਕਾਰ ਦੀ ਰਹਿਣੀ ਗੁਰਮੁਖਾਂ ਵਾਲੀ ਸਰਬ ਸ੍ਰੇਸ਼ਟ ਕਰਨੀ ਤੋਂ ਬਿਨਾਂ ਕਿਸੇ ਅਰਥ ਨਹੀਂ। ਗੁਰੂ ਨਾਨਕ ਜੀ ਦੀ ਸਿੱਖੀ ਅਤੇ ਸਰੂਪ ਲਈ ਇਹਨਾਂ ਦੋਹਾਂ ਦਾ ਤਾਣੇ ਪੇਟੇ ਵਾਲਾ ਸੰਬੰਧ ਹੈ। ਗੁਰਮੁਖ ਮਨ ਨਿਰਮਲ ਸਤ ਸਰ ਨਾਵੈ, ਮੈਲ ਨਾ ਲਾਗੈ ਸੱਚ ਸਮਾਵੈ, ਸੱਚੋ ਸੱਚ ਕਮਾਵੈ ਸਦ ਹੀ, ਸੱਚੀ ਭਗਤ ਦ੍ਰਿੜਾਏਂਦਾ। ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੈ ਕਰਨੀ, ਸਦ ਹੀ ਸੱਚ ਕਹੈ ਦਿਨ ਰਾਤੀ, ਅਵਰਾਂ ਸੱਚ ਕਹਾਏਂਦਾ। ਗੁਰਮੁਖ ਸੱਚੀ ਊਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸਦ ਸੇਵੇਂ ਸੋ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏਂਦਾ। ਗੁਰਮੁਖ ਹੋਵੇ ਸੋ ਸੋਝੀ ਪਾਏ, ਹਉਮੈ ਮਾਇਆ ਭਰਮ ਗਵਾਏ, ਗੁਰ ਕੀ ਪੌੜੀ ਊਤਮ ਊਚੀ, ਦਰ ਸੱਚੇ ਹਰ ਗੁਣ ਗਾਏਂਦਾ। ਗੁਰਮੁਖ ਸੱਚ ਸੰਜਮ ਕਰਨੀ ਸਾਰ, ਗੁਰਮੁਖ ਪਾਏ ਮੋਖ ਦੁਆਰ, ਭਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਏਂਦਾ। ਗੁਰਮੁਖ ਹੋਵੈ ਮਨ ਖੋਜ ਸੁਣਾਏ, ਸੱਚੇ ਨਾਮ ਸਦਾ ਲਿਵ ਲਾਏ, ਜੋ ਤਿਸ ਭਾਵੈ ਸੋਈ ਕਰਸੀ, ਜੋ ਸੱਚੇ ਮਨ ਭਾਏਂਦਾ। ਪੰਨਾ 1058। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 9ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।